एक ओंकार सतनाम करता पुरख निरभव निर्वैर अकाल मूरत आजुनी सैभं गुर प्रसाद। एक ओंकार सतगुरु प्रसाद। आन दिन पूजत हो गुर को, गुर पूज से पूज है देवन को। वे परवावली वरदायक, लायक है गुर सेवन को। वार ही वार नमो गुर को, गुर जानन हार है पेवन को। दास भगवान हित्यान तरो, तह ज्ञान विज्ञान के लेवन को। आद अनाद अकाल गुरु, गुरु ब्रह्मा महेश गणेश मुरारी। आन नहीं गुरु जेवट जानत, है परवीन गुरु विद सारी। गुरु ज्ञात से ज्ञात है गातन का, गुरु ज्ञान से पान ब्रह्मचारी। दास भगवान दृष्ट करे गुरु, श्रेष्ठ तरे भव सिंधन पारी। परलोक की बात सुनी जब ते, तब ते मोहे मौज नहीं किछ पावे। मार्ग बीच बेतरीन नदी, ओ तरनी है मुश्किल लोक सुनावे। याद करा जब वा दिन को, नैरी नीर असार असार ही जावे। खावण सोवण भूल गयो हुण, दास भगवान क्यों रहन बिहावे। खाए तरास नरास हुए जब, सतगुर आन मिले तिस वेले। समझ सिद्धांत मतांत सही है, सिखया दीनी उन बैठ अकेले। बेतरनी तिसे परजोजन की, कहो तृष्णा नदी तर पार जो खिले। दास भगवान निश्चिंत रहो अब, सूक्ष्म जान पहचान सुवेले। ऐन उजागर है गुण सागर, होए एकागर बात विचारो। कैसा है रूप ओ देख स्वरूप, नाजूप की खेड़ में बाजी को हारो। है सर्वत्र जतर कतर, मित्र सतर एकस सारो। दास भगवान न गाफल होकर, शुद्ध स्वरूप को पलक विसारो। गुरु प्यारी साध संगत जीओ, अपनी इस बाणी अंदर महाराज हजूर नाभ कमल राजा साहब दसदे हन कि असी हर वेले अपने प्यारे मुरशद दी शरण विच रहिंदे हां। भाव अपने मन दे नाल गुरु दी इकाग्रता बनाई रखते हाँ, ਅਤੇ ਜਦੋਂ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜਦੇ ਹਾਂ ਤਾਂ ਸਾਰੇ ਦੇਵਤਿਆਂ ਦੀ ਪੂਜਾ ਆਪਣੇ ਆਪ ਹੀ ਹੋ ਜਾਂਦੀ ਹੈ। ਕਿਉਂ ਜੋ
ਗੁਰੂ ਉਹਨਾਂ ਸਾਰਿਆਂ ਦਾ ਸਾਕਾਰ ਸਰੂਪ ਹੈ। ਅਸੀਂ ਵਾਰ-ਵਾਰ ਐਸੇ ਗੁਰੂ ਨੂੰ ਵੰਦਨਾ ਕਰਦੇ ਹਾਂ ਜਿਸ ਨੇ ਸਾਨੂੰ ਉਸ ਪਰਮੇਸ਼ਵਰ ਨੂੰ ਪਾਣ ਦਾ ਰਸਤਾ ਦਿੱਤਾ ਹੈ, ਕਿਉਂਕਿ ਗੁਰੂ ਹੀ ਸਭ ਤਰ੍ਹਾਂ ਦੀ ਵਿਦਿਆ ਨੂੰ ਦੇਵਣ ਵਾਲਾ ਹੈ। ਗੁਰੂ ਆਪਣੇ ਅਕਾਲ ਸਰੂਪ ਵਿੱਚ ਸਾਰੇ ਹੀ ਯੁੱਗਾਂ ਵਿੱਚ ਵਿਰਾਜਮਾਨ ਰਹਿੰਦਾ ਹੈ। ਉਹ ਪਹਿਲਾਂ ਵੀ ਸੀ ਤੇ ਹੁਣ ਵੀ ਹੈ। ਉਹੀ ਭਗਵਾਨ ਸ਼ਿਵ, ਸ਼੍ਰੀ ਹਰੀ ਅਤੇ ਬ੍ਰਹਮਾ ਜੀ ਦਾ ਸਾਕਾਰ ਸਰੂਪ ਹੈ। ਅਤੇ ਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਇਸ ਭਵਜਲ ਵਿੱਚੋਂ ਕਿਵੇਂ ਪਾਰ ਲੰਘਣਾ ਹੈ, ਕਿਸ ਤਰ੍ਹਾਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ। ਗੁਰੂ ਦੀ ਸ਼ੁਭ ਦ੍ਰਿਸ਼ਟੀ ਨਾਲ ਇਹ ਜਿਹੜਾ ਕੰਮ ਬੜਾ ਹੀ ਔਖਾ ਸੀ, ਬੜੀ ਹੀ ਆਸਾਨੀ ਨਾਲ ਹੋ ਗਿਆ ਹੈ। ਜਦੋਂ ਅਸੀਂ ਧਾਰਮਿਕ ਜੀਵਨ ਵਿੱਚ ਪਰਲੋਕ ਦੀ ਗੱਲ ਸੁਣੀ, ਉਦੋਂ ਤੋਂ ਸਾਡਾ ਮਨ ਬੇਚੈਨ ਹੋ ਗਿਆ, ਵਿਰਾਗ ਦੇ ਨਾਲ ਭਰ ਗਿਆ। ਸਾਡੇ ਸਭ ਹਾਸੇ ਅਲੋਪ ਹੋ ਗਏ, ਕਿਉਂਕਿ ਸਿਆਣੇ ਲੋਕਾਂ ਨੇ ਇਹ ਦੱਸਿਆ ਕਿ ਪਰਲੋਕ ਦੇ ਰਸਤੇ ਵਿੱਚ ਇੱਕ ਐਸੀ ਨਦੀ ਹੈ ਜਿਸ ਨੂੰ ਤੈਰ ਕੇ ਪਾਰ ਕਰਨਾ ਬਹੁਤ ਮੁਸ਼ਕਿਲ ਹੈ। ਉਸ ਨੂੰ ਪਾਰ ਕੀਤੇ ਤੋਂ ਬਿਨਾਂ ਪਰਮੇਸ਼ਵਰ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ। ਜਦੋਂ ਆਦਮੀ ਜਾਂ ਕੋਈ ਵੀ ਮਨੁੱਖ ਜਾਂ ਕੋਈ ਵੀ ਪ੍ਰਾਣੀ ਇਹ ਸੰਸਾਰ ਛੱਡਦਾ ਹੈ ਤਾਂ ਉਸ ਨੂੰ ਇਸ ਨਦੀ ਵਿੱਚੋਂ ਦੀ ਹੋ ਕੇ ਗੁਜ਼ਰਨਾ ਪੈਂਦਾ ਹੈ। ਉਦੋਂ ਤੋਂ ਸਾਡੇ ਮਨ ਨੂੰ ਇਤਨੀ ਚੋਟ ਲੱਗੀ ਹੈ ਕਿ ਸਾਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਸੀਂ ਉਸ ਨਦੀ ਨੂੰ ਕਿਸ ਤਰ੍ਹਾਂ ਪਾਰ ਕਰਨਾ ਹੈ। ਬੈਰਾਗ ਬੇਤਹਾਸ਼ਾ ਫੁੱਟ ਰਿਹਾ ਹੈ। ਸਭ ਖਾਣਾ ਪੀਣਾ ਸੌਣਾ ਭੁੱਲ ਗਿਆ ਹੈ। ਮਨ ਵਿੱਚ ਅੰਤਾਂ ਦਾ ਬੈਰਾਗ ਉਤਪੰਨ ਹੋ ਗਿਆ ਹੈ। ਇਸ ਕਠਿਨ ਘੜੀ ਵਿੱਚ ਜਦੋਂ ਅਸੀਂ ਬੈਰਾਗ ਨਾਲ ਨਿਰਾਸ਼ ਬੈਠੇ ਸਾਂ, ਇਸ ਵੇਲੇ ਸਾਡਾ ਮਿਹਰਬਾਨ ਸਤਿਗੁਰ ਨਾਲ ਮਿਲਾਪ ਹੋ ਗਿਆ। ਮਿਹਰਬਾਨ ਸਤਿਗੁਰ ਜੀ ਨੇ ਸਾਨੂੰ ਇਕਾਂਤ ਵਿੱਚ ਬਿਠਾ ਕੇ ਅਜਿਹੀ ਸਿੱਖਿਆ ਧੀਰਜ ਦਿੱਤਾ ਹੈ ਕਿ ਕਿਸ ਤਰ੍ਹਾਂ ਇਸ ਤ੍ਰਿਸ਼ਨਾ ਨਦੀ ਨੂੰ ਪਾਰ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਪ੍ਰਾਪਤ ਕਰਨਾ ਹੈ। ਉਹਨਾਂ ਕਿਹਾ ਕਿ ਸਹੀ ਸਮੇਂ ਤੇ ਹੀ ਆਪਣੇ ਮਨ ਨੂੰ ਬੰਨ੍ਹ ਲਿਆ ਹੈ ਤੇ ਇਸ ਨੂੰ ਪਰਮਾਰਥ ਦੇ ਰਸਤੇ ਵੱਲ ਤੋੜ ਲਿਆ ਹੈ। ਹੁਣ ਆਸਾਨੀ ਨਾਲ ਹੀ ਉਸ ਪਰਮੇਸ਼ਵਰ ਨੂੰ ਪਾ ਲਵੋਗੇ ਅਤੇ ਇਸ ਭਵਜਲ ਨੂੰ ਪਾਰ ਕਰ ਜਾਵੋਗੇ। ਆਪਣੇ ਸਵਾਸਾਂ ਨੂੰ ਸਾਧ ਕੇ ਆਪਣੀ ਬਿਰਤੀ ਨੂੰ ਉਸ ਪਰਮਾਤਮਾ ਵਿੱਚ ਲੀਨ ਕਰੋ। ਆਪਣੇ ਚਿੱਤ ਨੂੰ ਇਕਾਗਰ ਕਰੋ ਅਤੇ ਇਕਾਂਤ ਵਿੱਚ ਬੈਠ ਕੇ ਉਸ ਪਰਮੇਸ਼ਵਰ ਦੇ ਸਰੂਪ ਦਾ ਧਿਆਨ ਧਰੋ ਅਤੇ ਆਪਣੇ ਜੀਵਨ ਨੂੰ ਸਫਲ ਕਰੋ। ਐਵੇਂ ਦੁਨੀਆ ਦੇ ਝੂਠੇ ਵਿਕਾਰਾਂ ਵਿੱਚ ਫਸ ਕੇ ਇਸ ਅਣਮੁੱਲੇ ਜੀਵਨ ਨੂੰ ਨਸ਼ਟ ਨਾ ਕਰੋ। ਮਹਾਰਾਜ ਰਾਜਾ ਸਾਹਿਬ ਫਰਮਾਨ ਕਰਦੇ ਹਨ ਕਿ ਉਸ ਪਰਮੇਸ਼ਵਰ ਤੋਂ ਅਵੇਸਲੇ ਹੋ ਕੇ ਸਮਾਂ ਲਗਾ ਦਿੱਤਾ ਤਾਂ ਬਾਅਦ ਵਿੱਚ ਪਛਤਾਉਣਾ ਪਵੇਗਾ। ਇਹ ਸਭ ਸੋਝੀ ਸਾਨੂੰ ਆਪਣੇ ਗੁਰੂ ਦੇ ਮਿਲਾਪ ਨਾਲ ਹੀ ਹਾਸਲ ਹੋਈ ਹੈ ਤੇ ਗੁਰੂ ਨੇ ਕਿਰਪਾ ਕੀਤੀ ਹੈ ਤੇ ਅਸੀਂ ਉਸ ਪਰਮੇਸ਼ਵਰ ਨੂੰ ਬੜੀ ਆਸਾਨੀ ਨਾਲ ਹੀ ਪਾ ਲਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।